ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਬਰਨ ਕਰਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਕੋਵਿਡ ਦੀ ਲੈਬ ਲੀਕ ਥਿਊਰੀ ਤੇ ਬਾਈਡਨ ਸਰਕਾਰ ਦੀ ਬਦਲੀ ਰਾਏ। ਅਮਰੀਕਾ ਵਿੱਚ ਕਈ ਥਾਵਾਂ ਤੇ ਫਾਇਰਿੰਗ। ਵਾਸ਼ਿੰਗਟਨ ਵਿੱਚ 4 ਲੋਕਾਂ ਨੂੰ ਮਾਰੀ ਗੋਲੀ। ਪੋਰਟਲੈਂਡ 'ਚ 2 ਦੀ ਮੌਤ। ਦੁਨੀਆ ਭਰ ਵਿੱਚ ਫਿਰ ਵਧੀ ਕੋਰੋਨਾ ਦੀ ਰਫ਼ਤਾਰ। ਬ੍ਰਿਟੇਨ ਵਿੱਚ 54,000 ਨਵੇਂ ਕੇਸ। ਇੰਡੋਨੇਸ਼ੀਆ 'ਚ ਹਾਲਾਤ ਬੇਕਾਬੂ। ਰੂਸ ਵਿੱਚ 64 ਲੋਕਾਂ ਦੀ ਗਈ ਜਾਨ। ਕੈਲੀਫੋਰਨੀਆ ਵਿੱਚ ਜੰਗਲੀ ਅੱਗ ਹੋਈ ਭਿਆਨਕ। ਸੁਰੱਖਿਅਤ ਥਾਵਾਂ ਤੇ ਪਹੁੰਚਾਏ ਗਏ ਸੈਂਕੜੇ ਲੋਕ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ ਐਸਪੀ ਸਿੰਘ ਉਬਰਾਏ ਵੱਲੋਂ 4 ਮੁਫਤ ਐਂਬੂਲੈਂਸਾਂ ਕੀਤੀਆਂ ਗਈਆਂ ਭੇਂਟ। ਪੰਜਾਬੀ ਨੌਜਵਾਨ ਦੀ ਟਰੱਕ ਹਾਦਸੇ ਵਿੱਚ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਵਿੱਚ ਜੋ ਬਾਈਡਨ ਦੀ ਡੈਮੋਕ੍ਰੈਟਿਕ ਸਰਕਾਰ ਨੇ ਚੀਨੀ ਵਾਇਰਸ ਤੇ ਕਥਿਤ ਲੀਕ ਤੇ ਬੜੇ ਨਾਟਕੀ ਅੰਦਾਜ਼ ਵਿੱਚ ਆਪਣੀ ਰਾਏ ਬਦਲ ਲਈ। ਅਮਰੀਕੀ ਅਧਿਕਾਰੀਆਂ ਨੇ ਆਲਮੀ ਮਹਾਮਾਰੀ ਕੋਵਿਡ-19 ਦੇ ਵਾਇਰਸ ਤੇ ਵੁਹਾਨ ਦੀ ਲੈਬ ਤੋਂ ਫੈਲਣ ਦੇ ਸਿਧਾਂਤ ਨੂੰ ਸਹੀ ਮੰਨਦੇ ਹੋਏ ਇਸ ਦੀ ਤੁਲਨਾ ਜੰਗਲ ਵਿੱਚ ਕੁਦਰਤੀ ਤਰੀਕੇ ਨਾਲ ਅੱਗ ਲੱਗਣ ਨਾਲ ਕੀਤੀ। ਪਿਛਲੇ ਮਹੀਨਿਆਂ 'ਚ ਲੈਬ ਲੀਕ ਦੇ ਸਿਧਾਂਤ ਨੂੰ ਇੰਨੀ ਹਵਾ ਮਿਲੀ ਕਿ ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕੀ ਖੁਫੀਆ ਏਜੰਸੀਆਂ ਨੂੰ 90 ਦਿਨਾਂ ਦੇ ਅੰਦਰ ਵਾਇਰਸ ਦੇ ਸਰੋਤ ਦਾ ਪਤਾ ਲਗਾਉਣ ਦੀ ਜਾਂਚ ਰਿਪੋਰਟ ਤਲਬ ਕੀਤੀ ਸੀ। CNN ਮੁਤਾਬਕ ਅਮਰੀਕੀ ਖੁਫੀਆ ਵਿਭਾਗ ਵੀ ਇਸ ਗੱਲ ਤੇ ਵੰਡਿਆ ਹੋਇਆ ਹੈ ਕਿ ਵੁਹਾਨ ਦੀ ਲੈਬ ਤੋਂ ਵਾਇਰਸ ਲੀਕ ਹੋਇਆ ਜਾਂ ਫਿਰ ਕੁਦਰਤੀ ਤੌਰ ਤੇ ਜਾਨਵਰਾਂ ਤੋਂ ਇਨਸਾਨਾਂ ਵਿੱਚ ਪਹੁੰਚ ਗਿਆ। CNN ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਕਿਸੇ ਇੱਕ ਜਾਂ ਦੂਜੀ ਦਿਸ਼ਾ 'ਚ ਜਾਣ ਲਈ ਨਵੇਂ ਸਬੂਤ ਬਹੁਤ ਘੱਟ ਹਨ, ਪਰ ਬਾਈਡਨ ਪ੍ਰਸ਼ਾਸਨ ਦੇ ਵੱਡੇ ਅਫਸਰ ਲੈਬ 'ਚ ਵਾਇਰਸ ਦੇ ਲੀਕ ਹੋਣ ਦੇ ਸਿਧਾਂਤ ਨੂੰ ਗੰਭੀਰਤਾ ਨਾਲ ਲੈ ਰਹੇ ਨੇ ਤੇ ਇਸ ਵਿਚਾਰ ਨੂੰ ਬਹੁਤ ਖੁੱਲ੍ਹ ਕੇ ਦੇਖ ਰਹੇ ਨੇ। ਇਸ ਦੇ ਬਾਵਜੂਦ ਕੋਰੋਨਾ ਵਾਇਰਸ ਤੇ ਅਧਿਐਨ ਕਰਨ ਵਾਲੇ ਤੇ ਇਨਫੈਕਸ਼ਨ ਦੇ ਸਰੋਤ ਤੇ ਰਿਸਰਚ ਕਰਨ ਵਾਲੇ ਕਈ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਦਾ ਸਰੋਤ ਕੁਦਰਤੀ ਹੈ। ਅਮਰੀਕਾ 'ਚ ਇੱਕ ਵਾਰ ਫਿਰ ਗੋਲਾਬਾਰੀ ਦੀਆਂ ਕਈ ਘਟਨਾਵਾਂ ਹੋਈਆਂ। ਵਾਸ਼ਿੰਗਟਨ ਦੇ ਨੈਸ਼ਨਲ ਸਟੇਡੀਅਮ ਦੇ ਬਾਹਰ 4 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਸੈਕਰਾਮੈਂਟੋ 'ਚ 2 ਲੋਕ ਮਾਰੇ ਗਏ। ਪੋਰਟਲੈਂਡ 'ਚ ਗੋਲੀਬਾਰੀ ਦੀਆਂ ਘਟਨਾਵਾਂ 'ਚ 2 ਲੋਕਾਂ ਦੀ ਮੌਤ ਹੋ ਗਈ ਤੇ 1 ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਵਾਸ਼ਿੰਗਟਨ 'ਚ ਗੋਲੀਬਾਰੀ ਦੀ ਘਟਨਾ ਬੇਸਬਾਲ ਮੈਚ ਦੌਰਾਨ ਸਟੇਡੀਅਮ ਦੇ ਬਾਹਰ ਹੋਈ। ਇੱਥੇ ਵਾਸ਼ਿੰਗਟਨ ਨੈਸ਼ਨਲਜ਼ ਤੇ ਸੈਨ ਡਿਊਗ ਪ੍ਰੋਡੇਸ 'ਚ ਮੈਚ ਚੱਲ ਰਿਹਾ ਸੀ। ਗੋਲੀਆਂ ਚੱਲਣ ਦੀ ਲਗਾਤਾਰ ਆ ਰਹੀ ਆਵਾਜ਼ ਕਾਰਨ ਮੈਚ ਰੋਕ ਦਿੱਤਾ ਗਿਆ। ਪੁਲਿਸ ਮੁਤਾਬਕ ਗੋਲੀਬਾਰੀ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਘਟਨਾ ਨੂੰ ਲੈ ਕੇ ਅੱਗੇ ਕੋਈ ਖਤਰੇ ਦੀ ਗੱਲ ਨਹੀਂ। ਜਿਨ੍ਹਾਂ ਲੋਕਾਂ ਨੂੰ ਗੋਲੀ ਲੱਗੀ ਹੈ ਉਹਨਾਂ 'ਚੋਂ 2 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਘਟਨਾ ਦੇ ਸੰਬੰਧ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਮਾਮਲੇ ਰੁਕ ਨਹੀਂ ਰਹੇ। ਪਿਛਲੇ 24 ਘੰਟਿਆਂ ਦੌਰਾਨ 54,000 ਤੋਂ ਵੱਧ ਮਰੀਜ਼ ਸਾਹਮਣੇ ਆਏ। ਮਰੀਜ਼ਾਂ 'ਚ ਕਮੀ ਨਾ ਹੋਣ ਦੇ ਬਾਵਜੂਦ ਇੱਥੇ 19 ਜੁਲਾਈ ਤੋਂ ਜ਼ਿਆਦਾਤਰ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਬ੍ਰਿਟੇਨ 'ਚ ਤੇਜ਼ੀ ਦੇ ਨਾਲ ਚੱਲ ਰਹੇ ਟੀਕਾਕਰਨ ਤੋਂ ਬਾਅਦ ਵੀ ਸ਼ੁੱਕਰਵਾਰ ਨੂੰ 51,870 ਮਰੀਜ਼ ਮਿਲੇ। ਇਹ ਗਿਣਤੀ ਜਨਵਰੀ ਦੇ ਅੱਧ 'ਚ ਮਿਲੇ ਮਰੀਜ਼ਾਂ ਦੀ ਗਿਣਤੀ ਤੋਂ ਵੱਧ ਸੀ। ਹੁਣ ਪਿਛਲੇ 24 ਘੰਟਿਆਂ 'ਚ ਇਹ ਗਿਣਤੀ 54,674 ਹੋ ਗਈ, ਜਾਨੀ 3 ਦਿਨਾਂ ਵਿੱਚ 2804 ਮਰੀਜ਼ ਵੱਧ ਮਿਲੇ। ਸਿਹਤ ਮੰਤਰੀ ਸਾਜਿਦ ਜਾਵਦ ਨੇ ਟਵੀਟ ਕਰਕੇ ਕਿਹਾ ਹੈ ਕਿ ਉਹਨਾਂ ਦੇ ਦੋਵੇਂ ਵੈਕਸੀਨ ਲੱਗ ਗਈਆਂ ਸਨ, ਇਸ ਲਈ ਇਨਫੈਕਸ਼ਨ ਹੋਣ ਤੋਂ ਬਾਅਦ ਉਹਨਾਂ ਨੂੰ ਹਲਕੇ ਲੱਛਣ ਹਨ। ਬ੍ਰਿਟੇਨ ਦੀ ਸਰਕਾਰ ਨੇ ਕਿਹਾ ਕਿ 19 ਜੁਲਾਈ ਤੋਂ ਲਾਕਡਾਊਨ ਦੇ ਚੌਥੇ ਅਤੇ ਅੰਤਿਮ ਪੜਾਅ 'ਚ ਜ਼ਿਆਦਾਤਰ ਪਾਬੰਦੀਆਂ ਹਟਾ ਲਈਆਂ ਜਾਣਗੀਆਂ। IEANS ਅਨੁਸਾਰ ਬ੍ਰਿਟੇਨ ਦੇ 87.8% ਲੋਕ ਵੈਕਸੀਨ ਦੀ 1 ਡੋਜ਼ ਅਤੇ 67.8% ਵੈਕਸੀਨ ਦੀ ਦੋਵੇਂ ਡੋਜ਼ ਲੈ ਚੁੱਕੇ ਹਨ। ਇੱਥੇ 2 ਤੋਂ 16 ਸਾਲ ਦੇ ਬੱਚਿਆਂ ਨੂੰ ਫਲੂ ਦੀ ਵੈਕਸੀਨ ਦੇਣ ਦੀ ਯੋਜਨਾ ਹੈ। ਅਮਰੀਕਾ ਦੇ ਕੈਲੀਫੋਰਨੀਆ ਅਤੇ ਨੇਵਾਦਾ ਵਿਚਕਾਰ ਸਥਿਤ ਤਾਹੋ ਝੀਲ ਦੇ ਦੱਖਣ ਵਿੱਚ ਜੰਗਲ ਵਿੱਚ ਲੱਗੀ ਭਿਆਨਕ ਅੱਗ ਹੁੰਦੀ ਜਾ ਰਹੀ ਹੈ। ਇਹ ਅੱਗ ਹੁਣ ਹਾਈਵੇ ਤੱਕ ਪਹੁੰਚ ਗਈ ਹੈ, ਜਿਸ ਕਾਰਨ ਵੱਧ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦਾ ਆਦੇਸ਼ ਦਿੱਤਾ ਗਿਆ। ਸ਼ਨੀਵਾਰ ਨੂੰ ਸੀਅਰਾ ਨੇਵਾਦਾ ਤੋਂ ਹੋਣ ਵਾਲੇ ਬਾਈਕ ਰਾਈਡ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ। ਆਗਾਮੀ ਦਿਨਾਂ ਵਿੱਚ ਅੱਗ ਦੇ ਹੋਰ ਭਿਆਨਕ ਹੋਣ ਦਾ ਖਦਸ਼ਾ ਹੈ। ਅਮਰੀਕਾ ਦੇ ਕੈਲੀਫੋਰਨੀਆ ਅਤੇ ਨੇਵਾਦਾ ਵਿਚਕਾਰ ਸਥਿਤ ਤਾਹੋ ਝੀਲ ਦੇ ਦੱਖਣ ਵਿੱਚ ਜੰਗਲ ਵਿੱਚ ਲੱਗੀ ਭਿਆਨਕ ਅੱਗ ਹੋਰ ਭਿਆਨਕ ਹੁੰਦੀ ਜਾ ਰਹੀ ਹੈ। ਇਹ ਅੱਗ ਹੁਣ ਹਾਈਵੇ ਤੱਕ ਪਹੁੰਚ ਗਈ ਹੈ, ਜਿਸ ਕਾਰਨ ਵੱਧ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦਾ ਆਦੇਸ਼ ਦਿੱਤਾ ਗਿਆ। ਸ਼ਨੀਵਾਰ ਨੂੰ ਸੀਅਰਾ ਨੇਵਾਦਾ ਤੋਂ ਹੋਣ ਵਾਲੇ ਬਾਈਕ ਰਾਈਡ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ। ਆਗਾਮੀ ਦਿਨਾਂ ਵਿੱਚ ਅੱਗ ਦੇ ਹੋਰ ਭਿਆਨਕ ਹੋਣ ਦਾ ਖਦਸ਼ਾ ਹੈ।
ਅੱਗ ਕਾਰਨ ਕਈ ਖੇਤਰਾਂ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਗੱਡੀ ਚਲਾਉਣ ਵਾਲਿਆਂ ਨੂੰ ਖੇਤਰ ਤੋਂ ਹਟਣ ਦਾ ਨਿਰਦੇਸ਼ ਦਿੱਤਾ ਗਿਆ। ਮੌਸਮ ਵਿਗਿਆਨੀਆਂ ਨੇ ਕੈਲੀਫੋਰਨੀਆ ਤੇ ਦੱਖਣੀ ਓਰੇਗਨ ਵਿੱਚ ਘੱਟੋ-ਘੱਟ ਸੋਮਵਾਰ ਤੱਕ ਅੱਗ ਦੇ ਗੰਭੀਰ ਖਤਰੇ ਦਾ ਅਨੁਮਾਨ ਜਤਾਇਆ। ਅੱਗ ਦਾ ਦਾਇਰਾ ਹੁਣ ਕਰੀਬ 1137 ਵਰਗ ਕਿਲੋਮੀਟਰ ਦੇ ਖੇਤਰ ਤੱਕ ਵੱਧ ਗਿਆ, ਜੋ ਨਿਊਯਾਰਕ ਸਿਟੀ ਦੇ ਖੇਤਰ ਵੱਲ ਤੋਂ ਕਰੀਬ 100 ਵਰਗ ਮੀਲ ਵੱਧ ਹੈ। ਦੱਖਣੀ ਓਰੇਗਨ ਵਿੱਚ ਫਾਇਰ ਫਾਈਟਰਾਂ ਨੂੰ ਖਤਰਨਾਕ ਅਤੇ ਬਹੁਤ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ। ਬੁਟਲੇਗ ਵਿੱਚ ਲੱਗੀ ਅੱਗ ਵਿੱਚ ਘੱਟੋ-ਘੱਟ 67 ਅਤੇ 111 ਹੋਰ ਘਰਾਂ ਨੂੰ ਨੁਕਸਾਨ ਪਹੁੰਚਿਆ। ਅੱਗ ਕਾਰਨ 2000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਅਤੇ ਕਰੀਬ 5000 ਘਰਾਂ ਤੇ ਖਤਰਾ ਮੰਡਰਾ ਰਿਹਾ ਹੈ, ਜਿਸ ਵਿੱਚ ਕੈਲੀਫੋਰਨੀਆ ਦੀ ਸਰਹੱਦ ਦੇ ਉੱਤਰ ਵਿੱਚ ਇੱਕ ਪਿੰਡੂ ਇਲਾਕੇ ਦੇ ਘਰ ਅਤੇ ਛੋਟੇ ਢਾਂਚੇ ਸ਼ਾਮਲ ਹਨ। ਰਾਸ਼ਟਰੀ ਮੌਸਮ ਸੇਵਾ ਨੇ ਐਤਵਾਰ ਨੂੰ ਕੈਲੀਫੋਰਨੀਆ ਤੱਟ ਤੋਂ ਉੱਤਰੀ ਮੋਂਟਾਨਾ ਤੱਕ ਗਰਜ ਨਾਲ ਮੀਂਹ ਦੀ ਸੰਭਾਵਨਾ ਜਤਾਈ, ਜਿਸ ਵਿੱਚ ਆਕਾਸ਼ੀ ਬਿਜਲੀ ਡਿੱਗਣ ਨਾਲ ਅੱਗ ਦੇ ਹੋਰ ਭੜਕਣ ਦਾ ਅਨੁਮਾਨ ਹੈ। ਓਰੇਗਨ ਦੀ ਗਵਰਨਰ ਕੇਟ ਬਰਾਊਨ ਨੇ ਅੱਗ ਤੇ ਕਾਬੂ ਪਾਉਣ ਵਿੱਚ ਮਦਦ ਲਈ ਹੋਰ ਫਾਇਰ ਫਾਈਟਰਾਂ ਅਤੇ ਸਰੋਤ ਜਟਾਉਣ ਲਈ ਐਮਰਜੈਂਸੀ ਐਕਟ ਲਾਗੂ ਕੀਤਾ। ਆਪਣੀ ਨਿੱਜੀ ਕਮਾਈ ਚੋਂ ਕਰੋੜਾਂ ਰੁਪਏ ਲੋੜਵੰਦਾਂ ਦੀ ਮਦਦ ਲਈ ਖਰਚਣ ਕਾਰਨ ਪੂਰੀ ਦੁਨੀਆ ਅੰਦਰ ਰੱਬੀ ਫਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ SP ਸਿੰਘ ਓਬਰਾਏ ਨੇ ਇਸ ਵਾਰ ਮੁੜ ਇਸ ਔਖੀ ਘੜੀ 'ਚ ਹੱਥ ਅੱਗੇ ਵਧਾਇਆ। ਡਾਕਟਰ SP ਸਿੰਘ ਓਬਰਾਏ ਵੱਲੋਂ ਟਰਸਟ ਦੇ ਦਫ਼ਤਰ ਅਰਬਨ ਸਟੇਟ ਪਟਿਆਲਾ ਵਿਖੇ 4 ਮੁਫਤ ਐਂਬੂਲੈਂਸਾਂ ਭੇਂਟ ਕੀਤੀਆਂ ਗਈਆਂ। ਪਹਿਲੀ ਐਂਬੂਲੈਂਸ ਸੇਵਾ ਸ੍ਰੀ RN ਯਾਦਵ ਸ਼ਾਰਦਾ ਦੇਵੀ ਟਰਸਟ ਗੋਰਖਪੁਰ ਉੱਤਰ ਪ੍ਰਦੇਸ਼ ਨੂੰ ਭੇਂਟ ਕੀਤੀ ਗਈ। ਦੂਸਰੀ ਐਂਬੂਲੈਂਸ ਸੇਵਾ ਬਾਬਾ ਪਵਿੱਤਰ ਸਿੰਘ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚੈਰੀਟੇਬਲ ਟਰਸਟ ਖਨੌਰੀ ਸੰਗਰੂਰ ਨੂੰ ਭੇਂਟ ਕੀਤੀ ਗਈ। तीसरी एंबूलेंस सेवा श्री हरजिंदर सिंह कतना जिला प्रधान सरबत दा भला चैरिटेबल ट्रस्ट फिरोजपुर नूं भेंट की गई। चौथी एंबूलेंस सेवा श्री अवतार सिंह जिला प्रधान सरबत दा भला चैरिटेबल ट्रस्ट यमुना नगर नूं भेंट की गई। हुण तक ट्रस्ट वालों लगभग 40 के करीब एंबूलेंसां लोड़वंदां दी मदद लई मुहैया करवाईयां जा चुकीआं ने। इस तों इलावा 12 शव यात्रा वैन अते स्कूल आदि नूं बसां भी दित्तियां गईआं ताकि संगतां दी मंग अनुसार गरीब ते लोड़वंद लोकां दी समय सिर सहायता कीती जा सके, ਉਹਨਾਂ ਨੂੰ ਸਮੇਂ ਸਿਰ ਸਹੂਲਤਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਅਮਰੀਕਾ ਵਿੱਚ ਟਰੱਕ ਹਾਦਸਿਆਂ ਵਿੱਚ ਪੰਜਾਬੀ ਲਗਾਤਾਰ ਮੌਤ ਦੇ ਮੂੰਹ 'ਚ ਜਾ ਰਹੇ ਨੇ। ਅਮਰੀਕਾ ਵਿੱਚ ਪੰਜਾਬੀਆਂ ਦੇ ਗੜ ਮੰਨੇ ਜਾਂਦੇ ਕੈਲੀਫੋਰਨੀਆ ਸਟੇਟ ਦੇ ਫਰਜ਼ੀਨੋ ਸ਼ਹਿਰ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ। ਫਰਜ਼ੀਨੋ ਨਿਵਾਸੀ 25 ਸਾਲਾਂ ਦਾ ਗੱਭਰੂ ਪਰਮਜੀਤ ਸਿੰਘ 14 ਜੁਲਾਈ ਨੂੰ ਨਿਊ ਮੈਕਸੀਕੋ ਸਟੇਟ ਵਿੱਚ ਫ੍ਰੀਵੇ 40 ਤੇ 85 ਨੰਬਰ ਮੀਲ ਮਾਰਕਰ ਕੋਲ ਟਰੱਕ ਹਾਦਸੇ ਵਿੱਚ ਆਪਣੀ ਜਾਨ ਗਵਾ ਬੈਠਾ। ਪਰਮਜੀਤ ਹਲੇ 4 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਆਇਆ ਸੀ। ਪਰਮਜੀਤ ਪੰਜਾਬ ਦੇ ਪਿੰਡ ਬਾਲੋਕੀ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਨਾਲ ਸੰਬੰਧ ਰੱਖਦਾ ਹੈ। ਪਰਮਜੀਤ ਦੇ ਮਾਪੇ ਪੰਜਾਬ ਵਿੱਚ ਬਿਮਾਰੀਆਂ ਨਾਲ ਜੂਝ ਰਹੇ ਹਨ, ਜਿਹੜਾ ਕੁਝ ਉਹਨਾਂ ਕੋਲ ਸੀ ਸਭ ਲਾ ਕੇ ਮੁੰਡਾ ਬਾਹਰ ਤੁਰਿਆ ਸੀ। ਇੱਕ ਤਰ੍ਹਾਂ ਨਾਲ ਪਰਿਵਾਰ ਦਾ ਕਮਾਊ ਪੁੱਤ ਦੁਨੀਆ ਤੋਂ ਰੁਖਸਤ ਹੋ ਗਿਆ। ਫਰਜ਼ੀਨੋ ਵਿੱਚ ਪਰਮਜੀਤ ਦੇ ਅੰਤਮ ਸੰਸਕਾਰ ਦੇ ਖਰਚੇ ਲਈ ਅਤੇ ਉਸਦੇ ਪਰਿਵਾਰ ਦੀ ਆਰਥਿਕ ਮਦਦ ਲਈ GoFundMe ਪੇਜ ਸ਼ੁਰੂ ਕੀਤਾ ਗਿਆ। ਸਵਰਗੀ ਪਰਮਜੀਤ ਦੀ ਚਾਚੇ ਦੀ ਧੀ ਕੁਲਦੀਪ ਕੌਰ, ਜਿਹੜੀ ਕਿ ਨਿਊ ਜਰਸੀ ਰਹਿੰਦੀ ਹੈ, ਕੋਲੇ 4 ਸਾਲ ਪਹਿਲਾਂ ਅਮਰੀਕਾ ਆਇਆ। ਉੱਥੇ ਗੈਸ ਪੰਪ ਤੇ ਕੰਮ ਕਰਦਾ ਸੀ। ਉਪਰੰਤ ਫਰਜ਼ੀਨੋ ਆ ਕੇ ਟਰੱਕ ਚਲਾਉਣ ਲੱਗ ਪਿਆ ਅਤੇ ਇਹ ਭਾਣਾ ਵਾਪਰ ਗਿਆ। ਅਮਰੀਕਾ ਵਿਖੇ ਦੱਖਣੀ ਮਿਸ਼ੀਗਨ ਵਿੱਚ ਇੱਕ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਣ ਜਾ ਰਹੇ 4 ਲੋਕਾਂ ਦੀ ਇੱਕ ਗੱਡੀ ਦੇ ਅੰਦਰ ਮੌਤ ਹੋ ਗਈ। ਅਜਿਹਾ ਖਦਸ਼ਾ ਹੈ ਕਿ ਕਾਰਬਨ ਮੋਨੋਆਕਸਾਈਡ ਦੇ ਲੀਕ ਹੋਣ ਕਾਰਨ ਉਹਨਾਂ ਦੀ ਮੌਤ ਹੋਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ 2 ਹੋਰ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਲੈਨਾਵੀ ਕਾਉਂਟੀ ਦੇ ਸ਼eriff ਦਫ਼ਤਰ ਨੇ ਟਵੀਟ ਕੀਤਾ, ਇਸ ਤਰਾਸਦ ਘਟਨਾ ਦੀ ਜਾਂਚ ਜਾਰੀ ਹੈ ਅਤੇ ਇਹਨਾਂ ਦੇ ਟਰੈਵਲ ਟ੍ਰੇਲਰ ਨੇੜੇ ਮਿਲੇ ਇੱਕ ਜਨਰੇਟਰ ਤੋਂ ਕਾਰਬਨ ਮੋਨੋਆਕਸਾਈਡ ਦੇ ਲੀਕ ਹੋਣ ਦਾ ਸ਼ੱਕ ਹੈ। ਇਸ ਦੇ ਇਲਾਵਾ ਰਾਜ ਦੀ ਪੁਲਿਸ ਨੇ ਕ੍ਰਾਸਵੇਲ ਵਸਨੀਕ 30 ਸਾਲਾ ਬੀਬੀ ਮੇਲਿਸਾ ਹੇਵਨਸ ਦੀ ਮੌਤ ਦੀ ਜਾਣਕਾਰੀ ਦਿੱਤੀ। ਮੌਤ ਦੇ ਕਾਰਨ ਬਾਰੇ ਫਿਲਹਾਲ ਪਤਾ ਨਹੀਂ ਚੱਲ ਪਾਇਆ। ਜਾਂਚਕਰਤਾ ਇੱਕ ਸ਼ੱਕੀ ਦੀ ਤਲਾਸ਼ ਕਰ ਰਹੇ ਨੇ। ਕੈਲੀਫੋਰਨੀਆ ਵਿੱਚ ਨਾਇਲਸ ਫ੍ਰੀਮਾਂਟ ਮੰਦਿਰ ਤੋਂ ਭਗਵਾਨ ਜਗਨਨਾਥ ਰੱਥ ਯਾਤਰਾ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਕੱਢੀ ਗਈ, ਜਿਸ ਵਿੱਚ ਸਨ ਫਰਾਂਸਿਸਕੋ ਬੇ ਏਰੀਆ ਤੋਂ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ। ਜਗਨਨਾਥ ਸੱਭਿਆਚਾਰ ਤੇ ਸਿੱਖਿਆ ਸੈਂਟਰ ਵੱਲੋਂ ਆਯੋਜਿਤ ਕੀਤੀ ਗਈ ਇਹ ਪਹਿਲੀ ਜਗਨਨਾਥ ਰੱਥ ਯਾਤਰਾ ਸੀ। ਮੰਦਿਰ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਖੁੱਲੇ ਮੈਦਾਨ ਵਿੱਚ ਹੋਏ ਇਕੱਠ ਵਿੱਚ 500 ਤੋਂ ਵੱਧ ਭਾਰਤੀ ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ। ਯਾਤਰਾ ਤੋਂ ਪਹਿਲਾਂ ਮੰਦਿਰ ਦੇ ਪੁਜਾਰੀ ਵਿਸਮਾਮ ਜੀ ਵੱਲੋਂ ਬੰਦੇ ਮਾਤਰਮ ਦਾ ਗਾਇਨ ਕੀਤਾ ਗਿਆ। ਉਪਰੰਤ ਭਗਵਾਨ ਜਗਨਨਾਥ ਦੀ ਉਸਤਤ ਵਿੱਚ ਕੀਰਤਨ ਕੀਤਾ ਗਿਆ। ਇਸ ਮੌਕੇ ਭਗਵਾਨ ਜਗਨਨਾਥ ਦੇ ਭਗਤਾਂ ਨੇ ਨਾਚ ਕੀਤਾ ਤੇ ਗੀਤ ਸੰਗੀਤ ਨਾਲ ਸ਼ਰਧਾਲੂਆਂ ਨੂੰ ਵੀ ਨੱਚਣ ਲਾ ਦਿੱਤਾ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਭਾਰਤ ਦੇ ਕਿਸੇ ਸ਼ਹਿਰ ਵਿੱਚ ਸਮਾਗਮ ਹੋ ਰਿਹਾ ਹੋਵੇ। 24 ਫੁੱਟ ਉੱਚਾ ਰੱਥ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਸੀ, ਜਿਸ ਨੂੰ ਕਲਾਕ੍ਰਿਤਾਂ ਤੇ ਫੁੱਲਾਂ ਨਾਲ ਸਜਾਇਆ ਗਿਆ।
रथ यात्रा विच शामिल हुए लोगों ने मास्क भी पाए हुए सन। हालांकि कुछ लोग मास्क तो बिना भी नजर आए। रथ यात्रा विच होरनां तो इलावा फ्रीमांट दे मेयर लिलीमी, फ्रीमांट दे कौंसल मैंबर राज सलवान, हेवर्ड शहर दे कौंसल मैंबर आयशा बाहब, डिप्टी कौंसलेट जनरल राजेश नायक ते गुजरात कल्चर एसोसीएशन दे प्रधान महेश पटेल भी शामिल हुए। प्रबंधकों ने कहा कि जगन्नाथ यात्रा कड्ढण दा मकसद भारतीय सभ्याचार नूं प्रफुल्लित करना है तां जो मौजूदा ते आउण वाली पीढ़ी अपणियां मानतावां ते विरसे नाल जुड़ी रहे। लंघे शुक्रवार फ्रिजनो दे नॉर्थ पॉइंट इवेंट सेंटर विखे स्थानक गदरी बाबियां नूं समर्पित संस्था इंडो यूएसए हैरिटेज फ्रिजनो ਵੱਲੋਂ साधु सिंह संघा दा नावल तिड़कदी हवेली ਅਤੇ रणजीत गिल दा पलेठा काव संग्रह उडारियां लोक अर्पण कीते गए। इस समागम उगे कारोबारी चरणजीत सिंह बाठ ਵੱਲੋਂ स्पॉन्सर किया गया। इस मौके पंजाबी साहित्य सभा कैलीफोर्निया के मैंबर उचेचे तौर पर सैक्रामेंटो तो पहुंचे हुए सन। इस मौके मुख मेहमान डॉक्टर प्रिथीपाल सिंह सोही और प्रोफैसर हरिंदर कौर सोही सरी कनेडा तो घुंड चुकाई समारोह विच शामिल होने लई खास सद्दे ते आए हुए सन। ये दोवें किताबां लोकल शायरां, साहित्यकारां, पत्रकारां अते रेडियो होस्टां दी हाਜ਼ਰੀ विच फ्रिजनो दे पतवंतियां ਵੱਲੋਂ लोक अर्पण कीतियां गईयां। प्रोग्रामां दा आगाज पत्रकार नीटा माशिके ने सबना नूं निੱਘੀ जी आया आख के शायराना अंदाज विच कीता। उपरंत साधु सिंह संघा ने आए सज्जणा दा स्वागत कीता ते वारो-वारी प्रोफैसर हरिंदर कौर सोही अते डॉक्टर प्रिथीपाल सिंह सोही नूं स्टेज ते आउण दा सੱਦਾ दिता। इस मौके प्रोफैसर हरिंदर कौर सोही अते डॉक्टर प्रिथीपाल सोही ने दोवां किताबां ते विस्तार विच चर्चा कीती अते कहा कि सरल भाषा विच लिखियां ये दोवें किताबां सानू सारियां नूं जरूर पढ़नियां चाहीदियां ने। उन्होंने कहा कि जदों असीं रणजीत गिल दी पुस्तक उडारियां पढ़दे हां तां इंज लगदा है जिवें इनकलाबी रंग विच रंगिया गया रणजीत गिल संतराम उदासी ते अवतार पाश दे विचकार आ खड़ोता होवे। इसे तरीके साधु सिंह संघा दे नावल तिड़कदी हवेली दी गल करदिआं उन्होंने कहा कि नावल 1925 तो लैके ग्रीन रेवोल्यूशन तक दी दो पीढ़ियां दी कहानी है। इस विच दर्शाया गया है कि रिश्तियां दे तिड़कण नाल हवेली भी तिड़कदी है। नावल दी विलक्षणता बयान करदी है कि किवें हवेली उसरदी है ते समय फेर नाल ढैंदी है ते फिर उसरदी है। उन्होंने कहा कि साधु सिंह संघा दे इक्को नावल ने उन्हां नूं पंजाबी दे चोटी दे नावलकारां दी लाइन विच लिया खड़ा कीता है। इस मौके इंडो यूएसए हैरिटेज दे समूह मैंबरां ने शिरकत कीती। रणजीत गिल अते साधु सिंह संघा ने जसविंदर सिंह इंडिया स्वीट्स एंड जगीर सिंह गिल ते हरमन बाबा जी दा विशेष प्रबंधां लई धन्नवाद कीता। होर बोलण वाले बुलारियां विच हरनाम सिंह पन्नू, गुरजतिंदर सिंह रंधावा, गुलिंदर गिल, डॉक्टर अर्जन सिंह जोशन, गुरदीप सिंह अणखी, हरजिंदर ढेसी, शायर हरजिंदर कंग, शायर दिल निजर, मनरीत कौर, पंजाबी साहित्य सभा हाकम सिंह ढिल्लों, करम संघा, अजैब सिंह संघा, नाजर सहोता, अमरजीत दोदर, जथेदार जुगराज सिंह दोदर, अर्जन सिंह जोशन, बबला मलूका, पिशौरा सिंह ढिल्लों, दलजीत रियाड़, जगसीर बराड़, भोला बराड़, जसपाल सिंह बिलासपुर आदि दे नाम जिक्रयोग हन। किताबां रिलीज करन मगरों कवि दरबार होया। कवि दरबार दी स्टेज सकत्तरता गायक गोगी संधू ने बाखूबी निभाई। कवि दरबार दा आगाज यमला जट ते शगीर्द राज बराड़ ने खूबसूरत गीत नाल कीता। इंडो यूएसए हैरिटेज फ्रिजनो ਵੱਲੋਂ ਅੱਜ ਰਣਜੀਤ ਗਿੱਲ ਦੀ ਕਵਿਤਾ ਦੀ ਕਿਤਾਬ ਉਡਾਰੀਆਂ ਅਤੇ ਇਸੇ ਤਰੀਕੇ ਦੇ ਨਾਲ ਸਾਧੂ ਸਿੰਘ ਸੰਘਾ ਦਾ ਨਾਵਲ ਤਿੜਕਦੀ ਹਵੇਲੀ ਫ੍ਰਿਜਨੋ ਵਿਖੇ ਲੋਕ ਅਰਪਣ ਕੀਤਾ ਗਿਆ। ਇਸ ਸਮੇਂ ਭਾਰੀ ਗਿਣਤੀ ਦੇ ਵਿੱਚ ਲੋਕਾਂ ਨੇ ਪਹੁੰਚ ਕੇ ਇਸ ਲੋਕ ਅਰਪਣ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਖੇਡਣ ਦੇ ਦਿਨ ਚਾਰ ਜਵਾਨੀ ਫਿਰ ਨਾ ਆਉਣੀ, ਗਈ ਬੇਅਰਥੀ ਚੀਜ਼ ਕਿਸੇ ਨੇ ਵੀ ਨਹੀਂ ਪਰਤਾਉਣੀ। ਖੇਡਣ ਦੇ ਦਿਨ ਚਾਰ ਜਵਾਨੀ ਫਿਰ ਨਹੀਂ ਆਉਣੀ, ਗਈ ਬੇਅਰਥੀ ਚੀਜ਼ ਕਿਸੇ ਨੇ ਵੀ ਨਹੀਂ ਪਰਤਾਉਣੀ। ਜੀਤ ਸਿੰਘ ਜੱਗਾ ਗਿੱਲ ਤੇ ਆਪਣੇ ਸਾਧੂ ਸਿੰਘ ਸੰਘਾ ਨੂੰ ਬਹੁਤ ਬਹੁਤ ਵਧਾਈ ਦਿੰਦਾ, ਜਿਨ੍ਹਾਂ ਨੇ ਆਪਣੇ ਨਾਵਲ ਤੇ ਕਵਿਤਾਵਾਂ ਦੇ ਰੂਪ ਵਿੱਚ ਕਿਤਾਬਾਂ ਲਿਖੀਆਂ। ਇਹ ਦੋਨੋਂ ਬੰਦੇ ਬਹੁਤ ਹੀ ਆਪਣੇ ਪੰਜਾਬ ਦੀਆਂ ਜੜ੍ਹਾਂ ਨਾਲ ਜੁੜੇ ਹੋਏ ਦੋਨੋਂ ਜਾਣੇ ਨੇ। ਸਾਨੂੰ ਇਹਨਾਂ ਤੋਂ ਬਹੁਤ ਆਸ ਹੈ ਕਿ ਸਭ ਫਿਊਚਰ ਵਿੱਚ ਵੀ ਸਾਡੀ ਕਮਿਊਨਿਟੀ ਨੂੰ ਬਹੁਤ ਚੰਗਾ ਸਾਹਿਤ ਦੇ ਕੇ ਜਾਣਗੇ। ਇਹੀ ਮੇਰੀ ਪ੍ਰਾਰਥਨਾ, ਚੰਗਾ ਤੋਂ ਚੰਗਾ ਕੰਮ। ਜਿਹੜੀ ਕਿਤਾਬ ਮੈਂ ਲਿਖੀ ਹੈ ਤਿੜਕਦੀ ਹਵੇਲੀ, ਤੇ ਜਿਹੜੀ ਕਿਤਾਬ ਰਣਜੀਤ ਗਿੱਲ ਨੇ ਲਿਖੀ ਹੈ ਉਡਾਰੀਆਂ, ਉਹ ਕਾਵ ਸੰਗ੍ਰਹਿ ਹੈ, ਮੇਰੇ ਵਾਲਾ ਨਾਵਲ ਹੈ। ਸੋ ਇਹਨਾਂ ਦੋਨਾਂ ਕਿਤਾਬਾਂ ਨੂੰ ਚੰਗੀ ਤਰ੍ਹਾਂ ਸਾਡੇ ਡਾਕਟਰ ਪ੍ਰਿਥੀਪਾਲ ਸਿੰਘ ਸੋਹੀ ਤੇ ਭੈਣ ਜੀ ਹਰਿੰਦਰ ਕੌਰ ਸੋਹੀ ਨੇ
ਬੜੀ ਹੀ ਚੰਗੀ ਤਰ੍ਹਾਂ ਇਹਨਾਂ ਨੇ ਪੜ੍ਹ ਕੇ ਸਾਡੀ ਹੌਸਲਾ ਅਫਜ਼ਾਈ ਕੀਤੀ ਕਿ ਇਹਨੂੰ ਛਪਵਾਇਆ ਜਾਵੇ, ਤੇ ਇਸੇ ਕਰਕੇ ਜਿਹੜੀ ਅਸੀਂ ਹੈ ਉਹ ਕਿਤਾਬ ਇਹ ਛਪਵਾਈ ਹੈ। ਬੇਸਿਕਲੀ ਇਹ ਤੁਸੀਂ ਕਹਿ ਲਓ ਕਿ ਇਹਨਾਂ ਦੀ ਹੌਸਲਾ ਅਫਜ਼ਾਈ ਨਾਲ ਹੀ ਇਹ ਕਿਤਾਬ ਜਿਹੜੀ ਹੈ ਇਹ ਇੱਥੇ ਸਾਡੇ ਹੱਥਾਂ ਦੇ ਵਿੱਚ ਆਈ ਹੈ। ਅੱਜ ਅਸੀਂ ਸਾਰੇ ਰਣਜੀਤ ਸਿੰਘ ਗਿੱਲ ਤੇ ਸਰਦਾਰ ਸਾਧੂ ਸਿੰਘ ਸੰਘਾ ਦੀਆਂ ਪੁਸਤਕਾਂ ਨੂੰ ਲੋਕ ਅਰਪਣ ਕਰਨ ਲਈ ਇਕੱਠੇ ਹੋਏ ਹਾਂ। ਕਿਸੇ ਵੀ ਲੇਖਕ ਲਈ ਇਹ ਇੱਕ ਬਹੁਤ ਹੀ ਵੱਡਾ ਖੁਸ਼ੀ ਦਾ ਮੌਕਾ ਹੁੰਦਾ ਜਦੋਂ ਉਹਦੀ ਕਿਤਾਬ ਰਿਲੀਜ਼ ਹੁੰਦੀ ਆ। ਪਾਠਕਾਂ ਤੇ ਸਰੋਤਿਆਂ ਦੇ ਲਈ ਇਹ ਕੁਝ ਸਿੱਖਣ ਦਾ ਮੌਕਾ ਹੁੰਦਾ, ਪ੍ਰੇਰਨਾ ਦਾ ਮੌਕਾ ਹੁੰਦਾ। ਦੋ ਕਿਤਾਬਾਂ ਦੇ ਲਈ ਹੋ ਰਿਹਾ ਹੈ, ਦੋ ਸ਼ਖਸੀਅਤਾਂ ਨੂੰ ਮਾਣ ਤੇ ਸਨਮਾਨ ਦੇਣ ਲਈ ਹੋ ਰਿਹਾ ਹੈ। ਉਹਨਾਂ ਦੋਨਾਂ ਨੂੰ ਮੈਂ ਵਧਾਈਆਂ ਦਿੰਦਾ। ਰਣਜੀਤ ਗਿੱਲ ਮੇਰਾ ਛੋਟਾ ਵੀਰ ਵੀ ਵਾਂਗ ਹੈ ਤੇ ਕਵੀ ਇਸ ਵੇਲੇ ਬਹੁਤ ਮਸ਼ਹੂਰ ਹੋ ਚੁੱਕਿਆ ਹੈ। ਇਹ ਸਾਨੂੰ ਬਹੁਤ ਸਤਿਕਾਰ ਦਿੰਦਾ, ਮਾਣ ਦਿੰਦਾ ਹੈ। ਕੈਨੇਡਾ 'ਚ ਬੈਠੇ ਉੱਥੇ ਵੀ ਮਿਲ ਕੇ ਆਉਂਦਾ ਹੈ, ਪਹਿਲਾਂ ਲੁਧਿਆਣੇ ਵੀ ਮਿਲਦਾ ਰਿਹਾ। ਅਸੀਂ ਲੁਧਿਆਣੇ ਰਹੇ ਹਾਂ ਲੰਬਾ ਸਮਾਂ, ਤੇ ਅੱਜ ਇਸ ਕਿਤਾਬ ਦੇ ਮੌਕੇ ਤੇ ਸਾਨੂੰ ਫਿਰ ਇਹਨਾਂ ਨੇ ਨਵਾਜਿਆ ਹੈ, ਇਸ ਲਈ ਅਸੀਂ ਇਹਦਾ ਸਤਿਕਾਰ ਕਰਦੇ ਹਾਂ। ਸੰਗ੍ਰਹਿ ਹੈਗਾ ਕਵੀ ਸੰਗ੍ਰਹਿ ਉਡਾਰੀਆਂ। ਇਹ ਐਸਥੈਟਿਕਸ ਪਬਲੀਕੇਸ਼ਨ ਲੁਧਿਆਣਾ ਵੱਲੋਂ ਪਬਲਿਸ਼ ਕੀਤੀ ਗਈ ਹੈ ਤੇ 152 ਪੇਜਾਂ ਦਾ ਇਹ ਕਵੀ ਸੰਗ੍ਰਹਿ ਹੈ। ਇਸੇ ਤਰੀਕੇ ਦੇ ਨਾਲ ਸਰਦਾਰ ਸਾਧੂ ਸਿੰਘ ਸੰਘਾ ਹੋਰਾਂ ਦੀ ਜਿਹੜੀ ਨਾਵਲ ਆ ਤਿੜਕਦੀ ਹਵੇਲੀ, ਉਹ ਲੋਕ ਗੀਤ ਪ੍ਰਕਾਸ਼ਨ ਮਹਾਲੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਤੇ 181 ਪੇਜਾਂ ਦਾ ਇਹ ਨਾਵਲ ਹੈਗਾ। ਸੋ ਇਹਦੇ ਨਾਲ ਮੈਂ ਬੇਨਤੀ ਕਰਨੀ ਚਾਹੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਹਰਨਾਮ ਸਿੰਘ ਹੋਰੀ, ਜਿਨ੍ਹਾਂ ਦੀਆਂ ਦੋ ਕਿਤਾਬਾਂ ਲੱਸੀ ਦਾ ਛਿੱਟਾ ਤੇ ਰਿਸ਼ਤੇ ਨਾਤਿਆਂ ਦੇ ਰੰਗ ਲਿਖੇ ਆ। ਤੀਜੀ ਕਿਸਮ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਵਿੱਚ ਰਲੇ ਮਿਲੇ ਉਹ ਲੋਕ ਹੁੰਦੇ ਨੇ ਜਿਹੜੇ ਚਿੱਤ ਦੇ ਠੱਗ, ਬੇਈਮਾਨ, ਕਿਰਤਕਣ ਤੇ ਹੋਰ ਵੀ ਤਰ੍ਹਾਂ ਦੇ ਲਾਲਚੀ ਲੋਕ ਹੁੰਦੇ ਨੇ। ਸੋ ਇਹ ਸਭ ਤਰ੍ਹਾਂ ਦੇ ਲੋਕ ਆਪੋ ਆਪਣਾ ਰੋਲ ਅਦਾ ਕਰਦੇ ਹੋਏ ਲੜਦੇ, ਝਗੜਦੇ, ਮੰਨਦੇ, ਰੁੱਸਦੇ, ਇੱਕ ਦੂਜੇ ਨਾਲ ਖਹਿੰਦੇ ਇਸ ਜੀਵਨ ਦਰਿਆ ਦੇ ਵਿੱਚ ਵਗੀ ਜਾਂਦੇ ਨੇ ਤੇ ਇਹ ਜੀਵਨ ਵਰਤਾਰਾ ਆਦਿ ਕਾਲ ਤੋਂ ਚੱਲਦਾ ਆਇਆ ਹੈ। ਮੈਂ ਆਪਣੇ ਵੱਲੋਂ ਬਹੁਤ ਪਹਿਲਾਂ ਤਾਂ ਦੋਵਾਂ ਲਾੜਿਆਂ ਨੂੰ ਵਧਾਈ ਦਿੰਦਾ। ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਆਪਣਾ ਕੋਈ ਕੰਮ ਕਰਦੇ ਹੋ ਤੇ ਉਹ ਲੋਕ ਅਰਪਣ ਹੁੰਦਾ ਜਦੋਂ, ਤੇ ਉਹ ਵਿਆਹ ਜਿੰਨੀ ਹੀ ਖੁਸ਼ੀ ਹੁੰਦੀ ਹੈ। ਇਹ ਕੋਈ ਅਤਕਥਨੀ ਨਹੀਂ ਹੈਗੀ, ਜਾਂ ਮੈਂ ਉਹ ਨਹੀਂ ਕਹਿੰਦਾ। ਜਿਵੇਂ ਕਿਤਾਬ ਇੱਕ ਤਿਆਰ ਕਰਨੀ, ਸਾਲਾਂ ਬੱਧੀ ਉੱਤੇ ਕੰਮ ਕਰਨਾ, ਉੱਤੇ ਸਰਚ ਕਰਨੀ, ਫਿਰ ਉਹਨੂੰ ਲਿਖਣਾ, ਫਿਰ ਛਪਾਉਣਾ, ਫਿਰ ਤੁਹਾਡੇ ਵਰਗੇ ਯਾਰਾਂ ਦੋਸਤਾਂ ਦੇ ਅੱਗੇ ਸਨਮੁਖ ਕਰਨਾ, ਇਟਸ ਨੋਟ ਈਜ਼ੀ। ਅੱਜ ਇਹਨਾਂ ਦਾ ਜਿਹੜੀ ਮਿਹਨਤ ਆ ਉਹ ਪੂਰੀ ਪ੍ਰਵਾਨ ਚੜੀ ਆ, ਕਿਉਂਕਿ ਮੈਂ ਖੁਦ 6 ਕਿਤਾਬਾਂ ਲਿਖੀਆਂ। ਸੌਖਾ ਕੰਮ ਨਹੀਂ, ਬਹੁਤ ਔਖਾ ਕੰਮ ਆ। ਸਾਲ 2019 ਵਿੱਚ ਸ਼ੁਰੂ ਹੋਈਆਂ ਨਿਊਜ਼ੀਲੈਂਡ ਸਿੱਖ ਖੇਡਾਂ, ਜੋ ਕਿ ਨਿਊਜ਼ੀਲੈਂਡ ਵਿੱਚ ਪੰਜਾਬੀ ਕਮਿਊਨਿਟੀ ਦਾ ਸਭ ਤੋਂ ਵੱਡਾ ਇਵੈਂਟ ਬਣ ਚੁੱਕੀਆਂ ਨੇ, ਇਸ ਦਾ ਤੀਸਰੇ ਵਰ੍ਹੇ ਲਈ ਤਰੀਕਾਂ ਦਾ ਐਲਾਨ ਕੀਤਾ ਗਿਆ। ਨਿਊਜ਼ੀਲੈਂਡ ਸਿੱਖ ਖੇਡਾਂ ਦੀ ਟੀਮ ਵੱਲੋਂ ਆਏ ਹੋਏ ਪਤਵੰਤੇ ਸੱਜਣਾ ਅਤੇ ਸਹਿਯੋਗੀਆਂ ਦੀ ਭਰੀ ਮਹਿਫਲ ਵਿੱਚ ਇਸ ਸਾਲ ਦੀਆਂ ਖੇਡਾਂ ਦੀਆਂ ਤਾਰੀਖਾਂ ਦਾ ਐਲਾਨ ਹੋਇਆ। ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਬਰੂਸ ਪੁਲਮਨ ਪਾਰਕ ਟੌਕਨੀਨੀ ਵਿਖੇ ਨਵੰਬਰ 27-28 ਨੂੰ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਨੇ। ਸਿੱਖ ਖੇਡਾਂ ਦੀ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਜਿੱਥੇ ਇਹਨਾਂ ਖੇਡਾਂ ਵਿੱਚ ਪੂਰੇ ਨਿਊਜ਼ੀਲੈਂਡ ਤੋਂ ਵੱਖ-ਵੱਖ ਖਿਡਾਰੀ ਖੇਡਾਂ ਵਿੱਚ ਹਿੱਸਾ ਲੈਣਗੇ, ਉੱਥੇ ਹੀ ਇਸ ਵਾਰ ਆਸਟ੍ਰੇਲੀਆ ਨਾਲ ਕੁਆਰੰਟਾਈਨ ਫ੍ਰੀ ਯਾਤਰਾ ਹੋਣ ਕਰਕੇ ਆਸ ਹੈ ਕਿ ਉੱਥੋਂ ਵੀ ਖਿਡਾਰੀ ਜ਼ਰੂਰ ਪਹੁੰਚਣਗੇ, ਜਿਨ੍ਹਾਂ ਨੂੰ ਜਲਦੀ ਹੀ ਸੱਦਾ ਪੱਤਰ ਵੀ ਭੇਜੇ ਜਾਣਗੇ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਾਲ ਸੱਭਿਆਚਾਰਕ ਸਟੇਜ ਲੱਗੇਗੀ, ਜਿਸ ਵਿੱਚ ਸਥਾਨਕ ਕਲਾਕਾਰਾਂ ਤੋਂ ਇਲਾਵਾ ਗਿੱਧਾ, ਭੰਗੜਾ, ਗਾਇਕ ਗਾਇਕਾਵਾਂ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਪੇਸ਼ ਹੋਣਗੀਆਂ। ਇਸ ਮੌਕੇ ਪੰਜਾਬੀ ਮੀਡੀਆ ਦੇ ਸਹਿਯੋਗ ਨਾਲ 22 ਨਵੰਬਰ ਤੋਂ 28 ਨਵੰਬਰ ਤੱਕ ਪੰਜਾਬੀ ਭਾਸ਼ਾ ਹਫ਼ਤਾ ਵੀ ਮਨਾਇਆ ਜਾਵੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਫਗਾਨਿਸਤਾਨ ਦੇ ਰਾਜਦੂਤ ਨਜੀਬ ਉਲਾ ਦੀ ਬੇਟੀ ਸਿਲਸਿਲਾ ਦੇ ਅਗਵਾ ਦੇ ਮਾਮਲੇ ਨੂੰ ਅਤਿਅੰਤ ਗੰਭੀਰਤਾ ਨਾਲ ਲੈਂਦੇ ਹੋਏ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੂੰ ਇਸ ਘਟਨਾ ਨਾਲ ਜੁੜੇ ਅਪਰਾਧੀਆਂ ਦੀ ਗ੍ਰਿਫਤਾਰੀ 48 ਘੰਟਿਆਂ ਅੰਦਰ ਕਰਨ ਦੇ ਹੁਕਮ ਦਿੱਤੇ। ਸਿਲਸਿਲਾ, ਜਿਸ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ, ਨੂੰ ਸ਼ੁੱਕਰਵਾਰ ਉਸ ਸਮੇਂ ਅਗਵਾ ਕਰ ਲਿਆ ਗਿਆ ਸੀ ਜਦੋਂ ਉਹ ਬਾਜ਼ਾਰ ਵਿੱਚ ਕੁਝ ਖਰੀਦਦਾਰੀ ਕਰਨ ਲਈ ਗਈ। ਇੱਕ ਟੈਕਸੀ ਵਿੱਚ ਉਸਦੇ ਬੈਠਣ ਦੇ ਨਾਲ ਹੀ ਇੱਕ ਹੋਰ ਵਿਅਕਤੀ ਜਬਰੀ ਉਸੇ ਟੈਕਸੀ ਵਿੱਚ ਬੈਠ ਗਿਆ ਅਤੇ
ਸਿਲਸਿਲਾ ਨੂੰ ਅਗਵਾ ਕਰਕੇ ਲੈ ਗਿਆ। ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਅਧਿਕਾਰੀਆਂ ਨੂੰ ਮੁਲਜ਼ਮਾਂ ਦੀ ਗ੍ਰਿਫਤਾਰੀ 48 ਘੰਟਿਆਂ ਅੰਦਰ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਉਹਨਾਂ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲਦੀ ਹੀ ਅਗਵਾਕਾਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਉਸ ਟੈਕਸੀ ਚਾਲਕ ਦਾ ਵੀ ਪਤਾ ਲਾ ਲਿਆ ਗਿਆ ਜਿਸ ਨੇ ਸਿਲਸਿਲਾ ਨੂੰ ਬਾਅਦ ਵਿੱਚ ਛੱਡ ਦਿੱਤਾ। ਅਫਗਾਨੀ ਵਿਦੇਸ਼ ਮੰਤਰਾਲਾ ਨੇ ਵੀ ਸਾਰੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ। ਇੰਡੀਅਨ ਨੈਸ਼ਨਲ ਕਾਂਗਰਸ ਨੇ ਐਤਵਾਰ ਦੇਰ ਰਾਤ ਸਾਬਕਾ ਮੰਤਰੀ ਨਵਜੋਤ ਸਿੱਧੂ ਦੇ ਨਾਂ ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਦੀ ਮੋਹਰ ਲਾ ਦਿੱਤੀ। ਇਹ ਖਬਰ ਜਿਵੇਂ ਹੀ ਸਮਰਥਕਾਂ ਤੱਕ ਪਹੁੰਚੀ ਤਾਂ ਸਾਰੇ ਇੱਕ ਵਾਰ ਫਿਰ ਤੋਂ ਹੋਲੀ ਸਿਟੀ ਸਥਿਤ ਸਿੱਧੂ ਦੀ ਰਿਹਾਇਸ਼ ਤੇ ਪਹੁੰਚੇ ਤੇ ਮਠਿਆਈਆਂ ਵੰਡੀਆਂ, ਭੰਗੜੇ ਪਾਉਣ ਲੱਗੇ। ਸਿੱਧੂ ਦੀ ਧੀ ਰਾਬੀਆ ਨੇ ਵੀ ਇੰਸਟਾਗ੍ਰਾਮ ਤੇ ਉਹਨਾਂ ਦੀ ਵੀਡੀਓ ਨੂੰ ਸਾਂਝਾ ਕੀਤਾ ਜਿਸ ਵਿੱਚ ਉਹ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਮੱਥਾ ਟੇਕ ਰਹੇ ਨੇ। ਗੌਰਤਲਬ ਹੈ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਆਦੇਸ਼ ਤੇ ਹਾਈ ਕਮਾਨ 4 ਦਿਨ ਪਹਿਲਾਂ ਹੀ ਰਾਜ਼ੀ ਹੋ ਚੁੱਕੀ ਸੀ, लेकिन कैप्टन की नाराजगी इस हामी ਨੂੰ ਲਿਖਤੀ ਆਦੇਸ਼ ਵਿੱਚ ਬਦਲਣ ਤੇ ਰੋਕ ਰਹੀ ਸੀ। ਬੀਤੇ 3 ਦਿਨਾਂ ਤੱਕ ਸਿੱਧੂ ਦੇ ਸਮਰਥਕ ਰੋਜ਼ਾਨਾ ਉਹਨਾਂ ਦੀ ਰਿਹਾਇਸ਼ ਤੇ ਜਾਂਦੇ, ਭੰਗੜਾ ਪਾਉਂਦੇ ਤੇ ਲੱਡੂ ਵੰਡ ਕੇ ਆਦੇਸ਼ ਦੀ ਉਡੀਕ ਕਰਦੇ ਹੋਏ ਵਾਪਸ ਆ ਜਾਂਦੇ ਸੀ। ਲੇਕਿਨ ਐਤਵਾਰ ਦੇਰ ਰਾਤ ਉਹਨਾਂ ਦਾ ਸੁਪਨਾ ਪੂਰਾ ਹੋ ਗਿਆ। ਸਿੱਧੂ ਦੇ ਸਮਰਥਕ ਅਤੇ ਸਿਆਸੀ ਸਲਾਹਕਾਰ ਜਸਮੀਤ ਸਿੰਘ ਸੋਢੀ ਨੇ ਕਿਹਾ ਕਿ ਇਸ ਆਦੇਸ਼ ਦੀ ਉਡੀਕ ਕਾਫੀ ਦਿਨਾਂ ਤੋਂ ਸੀ। ਹੁਣ ਸਾਰੇ ਨੇਤਾ ਵਰਕਰ ਖੁਸ਼ ਹਨ। ਪੂਰੇ ਦੇਸ਼ ਤੋਂ ਵਰਕਰਾਂ ਦੇ ਫੋਨ ਉਹਨਾਂ ਨੂੰ ਆਏ ਹਨ। ਜਲਦ ਹੀ ਉਹ ਅੰਮ੍ਰਿਤਸਰ ਪਹੁੰਚ ਕੇ ਦਰਬਾਰ ਸਾਹਿਬ ਮੱਥਾ ਟੇਕਣਗੇ ਤੇ ਵਰਕਰਾਂ ਨੂੰ ਮਿਲਣਗੇ। ਪੰਜਾਬ ਕਾਂਗਰਸ ਪ੍ਰਧਾਨ ਬਣਨ ਦਾ ਐਲਾਨ ਹੁੰਦੇ ਹੀ ਨਵਜੋਤ ਸਿੰਘ ਸਿੱਧੂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸਾਹਿਬ ਵੀ ਪੁੱਜੇ। ਉਹਨਾਂ ਦੀ ਧੀ ਰਾਬਿਆ ਸਿੱਧੂ ਵੀ ਉਹਨਾਂ ਦੀ ਵੀਡੀਓ ਨੂੰ ਇੰਸਟਾਗ੍ਰਾਮ ਸਟੋਰੀ ਤੇ ਪੋਸਟ ਕਰਦੀ ਰਹੀ। यूके पुलिस द्वारा यूरो फुटबाल कप दे फाइनल दौरान बैम्बले स्टेडियम विच मची हफड़ा दफड़ी दे संबंध विच लड़िंदे 10 लोकां दीयां तस्वीरां जारी कीतीआं गईआं। इन्हां लोकां दीयां तस्वीरां जारी करदिआं पुलिस ने जनता नूं इन्हां दी पछाण करन विच सहायता लई अपील कीती। जिक्रयोग है कि इंग्लैंड अते इटली दरमियान होए फुटबाल दे फाइनल मैच नूं वेखण लई तकरीबन 2500 दे करीब लोक बिना टिकटां दे बैम्बले स्टेडियम विच दाखल होए, जिस नाल टिकट खरीद के मैच वेखण वाले प्रशंसकां नूं परेशानी दा सामना करना पिया सी। मैच दौरान बिना टिकट लए लोकां ਵੱਲੋਂ ਹੋਰਨਾਂ ਨਾਲ ਧੱਕਾ ਮੁੱਕੀ ਕਰਨ ਦੀਆਂ ਵੀਡੀਓਜ਼ ਵੀ ਵਾਇਰਲ ਹੋਈਆਂ। ਲੰਡਨ ਪੁਲਿਸ ਅਨੁਸਾਰ ਮੈਚ ਤੋਂ ਬਾਅਦ ਅਧਿਕਾਰੀਆਂ ਨੇ ਸੀਸੀਟੀਵੀ ਵੀਡੀਓਜ਼ ਅਤੇ ਹੋਰ ਸਾਧਨਾਂ ਦੀ ਮਦਦ ਨਾਲ ਸ਼ਰਾਰਤੀ ਅੰਸਰਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਅਤੇ ਹੋਰ ਦੋਸ਼ੀਆਂ ਦੀ ਪਛਾਣ ਲਈ ਯਤਨ ਜਾਰੀ ਹਨ। ਪੁਲਿਸ ਦੁਆਰਾ ਜਾਰੀ ਕੀਤੇ ਗਏ ਚਿੱਤਰਾਂ ਵਿਚਲੇ ਲੋਕਾਂ ਦੀ ਪਛਾਣ ਕਰਨ ਦੀ ਅਪੀਲ ਵੀ ਜਾਰੀ ਕੀਤੀ ਗਈ। ਵਿਭਾਗ ਅਨੁਸਾਰ ਇਸ ਹਫੜਾ ਦਫੜੀ ਦੇ ਜ਼ਿੰਮੇਵਾਰ ਲੋਕਾਂ ਨੂੰ ਨਤੀਜੇ ਭੁਗਤਣੇ ਪੈਣਗੇ। बीते दिन अमेरिका के सूबे कैलिफोर्निया के सटर काउंटी के टाउन गोबिन्स विखे हुए कबूतरबाजी के एक मुकाबले दौरान हुई हिंसक झड़प जिस विच 3 जाने जख्मी हुए सन दे संबंध विच 2 पंजाबी नौजवान गिरफ्तार किए गए हैं। पुलिस वालों फरजीनो निवासी सतवीर सिंह चीमा ते सेलमा निवासी करणजीत सिंह नूं गिरफ्तार किया गया। यह झड़प 10 जुलाई नूं हुई सी जिस विच 3 जाने जख्मी हुए सन। पुलिस मुताबक गिरफ्तार व्यक्तियों वालों हथियारां नाल गोलीबारी अते तलवारां नाल हमला किया गया सी। यह झड़प कबूतर ਦੀ ਬਾਜ਼ੀ ਦੇ ਮੁਕਾਬਲੇ ਦੌਰਾਨ ਹੋਈ ਸੀ। ਪੁਲਿਸ ਮੁਤਾਬਕ ਨੌਜਵਾਨਾਂ ਦਾ ਇੱਕ ਗਰੁੱਪ 4 ਗੱਡੀਆਂ ਵਿੱਚ ਆਇਆ ਸੀ ਜਿਨ੍ਹਾਂ ਕੋਲ ਹੈਂਡਗਨ ਅਤੇ ਤਲਵਾਰਾਂ ਸਨ ਅਤੇ ਇਹਨਾਂ ਵੱਲੋਂ 3 ਵਿਅਕਤੀਆਂ ਨੂੰ ਗੋਲੀ ਮਾਰ ਅਤੇ ਤਲਵਾਰਾਂ ਨਾਲ ਹਮਲਾ ਕਰ ਫੱਟੜ ਕਰ ਦਿੱਤਾ ਗਿਆ ਸੀ। ਇੱਕ ਪੀੜਤ ਦੇ ਪੈਰ ਵਿੱਚ ਗੋਲੀ ਲੱਗੀ, ਇੱਕ ਦੇ ਪੱਟ ਵਿੱਚ ਅਤੇ ਤੀਜੇ ਪੀੜਤ ਨੂੰ ਕਈ ਥਾਵਾਂ ਤੇ ਗੋਲੀ ਲੱਗੀ ਸੀ ਅਤੇ ਨਾਲ ਹੀ ਉਸਦੇ ਗਲੇ ਵਿੱਚ ਵੀ ਚਾਕੂ ਮਾਰਿਆ ਗਿਆ। ਪੈਰ ਅਤੇ ਪੱਟ ਵਿੱਚ ਗੋਲੀ ਮਾਰਨ ਵਾਲੇ 2 ਪੀੜਤ ਵਿਅਕਤੀਆਂ ਨੂੰ ਹਸਪਤਾਲ ਤੋਂ ਬਿਨਾਂ ਕਿਸੇ ਜਾਨਲੇਵਾ ਸੱਟਾਂ ਤੋਂ ਛੁੱਟੀ ਮਿਲ ਗਈ ਹੈ ਪਰ ਤੀਜੇ ਪੀੜਤ ਦੀ ਹਾਲਤ गंभीर बनी हुई है। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।